Hello students, better from this video we are going to start our new chapter. That one is uh, chapter 5th of unit 6th. We are going to start unit 6th chapter 5th. बेटा आप अपनी रे ऑप्टिक्स कंप्लीट कर चुके हैं। यूनिट 6 ਦਾ जो 5th ਚੈਪਟਰ ਹੈ 5th ਚੈਪਟਰ ਇੱਥੋਂ ਸਟਾਰਟ ਹੁੰਦੀ ਹੈ ਵੇਵ ਆਪਟਿਕਸ। ਰੇ ਆਪਟਿਕਸ ਓਵਰ ਹੋ ਚੁੱਕੀ ਹੈ। ਜਿਹੜੇ ਆਪਾਂ ਨੇ ਪਹਿਲਾਂ ਚੈਪਟਰਸ ਪੜ੍ਹੇ ਨੇ ਹੈ ਨਾ, ਸੈਕਿੰਡ ਥਰਡ ਫੋਰਥ, ਇਹ ਸਾਰੇ ਰੇ ਆਪਟਿਕਸ ਨਾਲ ਡੀਲ ਕਰਦੇ ਸੀਗੇ। 5th ਚੈਪਟਰ ਅਤੇ 6th ਚੈਪਟਰ ਇਹ ਦੋਨੇ ਚੈਪਟਰ ਵੇਵ ਆਪਟਿਕਸ ਨਾਲ ਡੀਲ ਕਰਦੇ ਨੇ। ਰੇ ਆਪਟਿਕਸ ਅਤੇ ਵੇਵ ਆਪਟਿਕਸ 'ਚ ਕੀ ਫ਼ਰਕ ਹੁੰਦਾ ਤੁਹਾਨੂੰ ਪਤਾ ਹੈ ਨਾ? ਕੀ ਫ਼ਰਕ ਹੁੰਦਾ ਬੇਟਾ? ਅਕੋਰਡਿੰਗ ਟੂ ਰੇ ਆਪਟਿਕਸ, ਰੇ ਆਪਟਿਕਸ ਦੇ ਅਕੋਰਡਿੰਗ ਇਹ ਮੰਨਿਆ ਜਾਂਦਾ ਵੀ ਜਿਹੜੀ ਲਾਈਟ ਹੈ ਇਟ ਟਰੈਵਲਸ ਫਰੋਮ ਵਨ ਪੁਆਇੰਟ ਟੂ ਅਨਦਰ ਪੁਆਇੰਟ ਇਨ ਦ ਫੋਰਮ ਆਫ ਰੇ। Light travels from one point to another point in the form of ray. And according to wave optics ਦੇ ਅਕੋਰਡਿੰਗ ਇਹ ਮੰਨਿਆ ਜਾਂਦਾ ਵੀ ਲਾਈਟ travels from one point to another point in the form of wave, like this. ਸੋ ਇਹ ਆਪਾਂ ਪੜ੍ਹ ਚੁੱਕੇ ਹਾਂ ਬੇਟਾ। ਰੇ ਆਪਟਿਕਸ ਆਪਾਂ ਕੰਪਲੀਟ ਕਰ ਚੁੱਕੇ ਹਾਂ। ਆਪਾਂ ਕੀ ਸਟਾਰਟ ਕਰਨੀ ਹੈ ਨਾਓ? ਵੇਵ ਆਪਟਿਕਸ। ठीक है, अपना चैप्टर 5th ਆਪਾਂ स्टार्ट करना है। चैप्टर 5th अपने को है इंटरफेरेंस एंड हाइजेंस प्रिंसिपल। इंटरफेरेंस एंड हाइजेंस प्रिंसिपल। एंड इस सब तो फर्स्ट टॉपिक जो आप स्टार्ट कर रहे हैं दैट वन इज वेव फ्रंट। सो आप डिस्कस करांगे अबाउट वेव फ्रंट। वेव फ्रंट की होंगे क्लीयर? ਹੁਣ ਵੇਵ ਫਰੰਟ ਨੂੰ ਸਮਝਣ ਵਾਸਤੇ ਬੇਟਾ ਸਪੋਜ਼ ਆਪਣੇ ਕੋਲ ਸੋਰਸ ਹੈ, ਸੋਰਸ ਆਫ ਲਾਈਟ। ਦਿਸ ਵਨ ਇਜ਼ ਸੋਰਸ ਆਫ ਲਾਈਟ। ਜਿਸ ਤੋਂ ਲਾਈਟ ਇਮਿਟ ਹੁੰਦੀ ਹੈ, ਲਾਈਟ। ਓਕੇ, ਜਿਹੜੇ ਪਾਰਟੀਕਲਸ ਬੇਟਾ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਨੇ, ਲਾਈਕ ਦਿਸ। ਜਿਹੜੇ ਪਾਰਟੀਕਲਸ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਨੇ, ਆਹ ਵਾਲੇ ਪਾਰਟੀਕਲਸ। ਕਿਹੜੇ ਪਾਰਟੀਕਲਸ ਹੋਣਗੇ ਬੇਟਾ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ? ਜਿਹੜੇ ਇਸ ਸਫੀਅਰ ਦੇ ਬਾਉਂਡਰੀ 'ਤੇ ਹੋਣਗੇ, ਬਾਉਂਡਰੀ 'ਤੇ। ਇਹਨੂੰ ਸਰਕਲ ਨਾ ਲੈਟ ਕਰ ਲਿਓ, ਇਟ ਇਜ਼ ਨੋਟ ਅ ਸਰਕਲ, ਇਟ ਇਜ਼ ਅ ਸਫੀਅਰ। ਦਿਸ ਵਨ ਇਜ਼ ਅ ਸਫੀਅਰ। ਵੀ ਸੋਰਸ ਸੈਂਟਰ 'ਤੇ ਪਿਆ, ਸੋਰਸ ਇਜ਼ ਪਲੇਸਡ ਐਟ ਦਾ ਸੈਂਟਰ ਐਂਡ ਉਸ ਦੇ ਆਲੇ ਦੁਆਲੇ ਅਸੀਂ ਕੀ ਡਰਾ ਕਰ ਲਿਆ? ਇੱਕ ਸਫੀਅਰ। ਜਿਹੜੇ ਪਾਰਟੀਕਲਸ ਸਫੀਅਰ ਦੀ ਬਾਉਂਡਰੀ 'ਤੇ ਨੇ, ਜਿਹੜੇ ਪਾਰਟੀਕਲਸ ਸਫੀਅਰ ਦੀ ਬਾਉਂਡਰੀ 'ਤੇ ਨੇ ਹੈ ਨਾ, ਉਹ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਹੁੰਦੇ ਨੇ। ਦੇ ਆਰ ਐਟ ਇਕੁਅਲ ਡਿਸਟੈਂਸ ਫਰੋਮ ਦਾ ਸੋਰਸ। ਸੋਰਸ ਤੋਂ ਉਹਨਾਂ ਸਾਰੇ ਪਾਰਟੀਕਲਸ ਦਾ ਡਿਸਟੈਂਸ ਕੀ ਹੁੰਦਾ ਹੈ? ਸੇਮ ਹੁੰਦਾ। ਜਿਹੜੇ ਸਫੀਅਰ ਦੇ, ਜਿਹੜੇ ਪਾਰਟੀਕਲ ਸਫੀਅਰ ਦੀ ਬਾਉਂਡਰੀ 'ਤੇ ਨੇ ਬੇਟਾ, ਹੈ ਨਾ, ਇਹ ਸੋਰਸ ਤੋਂ ਹਰ ਪਾਰਟੀਕਲ ਦਾ ਡਿਸਟੈਂਸ ਕੀ ਹੈ? ਸੇਮ ਹੈ। ਐਂਡ ਸੋਰਸ ਤੋਂ ਕੰਟੀਨਿਊਸਲੀ, ਹੈ ਨਾ, ਕੰਟੀਨਿਊਸਲੀ ਲਾਈਟ એનર્ਜੀ ਇਮਿਟ ਹੁੰਦੀ ਹੈ ਇਨ ਦ ਫੋਰਮ ਆਫ ਫੋਟੋਨਸ। ਕਹਿਣਾ ਇਨ ਦ ਫੋਰਮ ਆਫ ਫੋਟੋਨਸ ਕਹਿ ਲਓ। ਸੋਰਸ ਕੰਟੀਨਿਊਸਲੀ ਇਮਿਟ ਲਾਈਟ એનર્ਜੀ, ਹੈ ਨਾ। ਜਿਹੜਾ ਇਹ ਸੋਰਸ ਹੈ ਇਹ ਕੰਟੀਨਿਊਸਲੀ ਲਾਈਟ એનર્ਜੀ ਇਮਿਟ ਕਰਦਾ ਇਨ ਦ ਫੋਰਮ ਆਫ ਫੋਟੋਨਸ ਕਹਿ ਲਓ, in the form of radiations ਕਹਿ ਲਓ, in the form of disturbances ਕਹਿ ਲਓ। ਕੁਛ ਵੀ ਕਹਿ ਸਕਦੇ ਹੋ, ਫੋਟੋਨਸ ਵੀ ਕਹਿ ਸਕਦੇ ਹੋ, ਰੇਡੀਏਸ਼ਨਸ ਵੀ ਕਹਿ ਸਕਦੇ ਹੋ, ਡਿਸਟਰਬੈਂਸਿਸ ਵੀ ਕਹਿ ਸਕਦੇ ਹੋ। ਠੀਕ ਹੈ, ਵੀ ਜਿਹੜਾ ਇਹ ਸੋਰਸ ਹੈ ਇਹ ਕੰਟੀਨਿਊਸਲੀ ਲਾਈਟ એનર્ਜੀ ਇਮਿਟ ਕਰਦਾ ਹੈ। ਲਾਈਟ એનર્ਜੀ, ਲਾਈਟ એનર્ਜੀ ਕਿਸ ਫੋਰਮ 'ਚ ਇਮਿਟ ਕਰਦਾ? ਚਾਹੇ ਤੁਸੀਂ ਫੋਟੋਨਸ ਦੀ ਫੋਰਮ 'ਚ ਕਹਿ ਲਓ,
ਫੋਟੋਨਸ ਤੁਸੀਂ ਪੜ੍ਹੇ ਨੇ ਨਾ ਬੇਟਾ, ਚਾਹੇ ਰੇਡੀਏਸ਼ਨਸ ਦੀ ਫਾਰਮ 'ਚ ਕਹਿ ਲਓ, ਚਾਹੇ ਡਿਸਟਰਬੈਂਸਿਸ ਦੀ ਫਾਰਮ 'ਚ ਕਹਿ ਲਓ। ਇਹ ਜਿਹੜੇ ਫੋਟੋਨਸ ਹੈ ਹੈ ਨਾ, ਇਹ ਜਾ ਕੇ ਇਹਨਾਂ ਪਾਰਟੀਕਲਸ 'ਤੇ ਸਟਰਾਈਕ ਕਰਨਗੇ, ਹੈ ਨਾ। ਜਿਵੇਂ ਆਹ ਵਾਲਾ ਫੋਟੋਨ ਇੱਥੇ ਪਾਰਟੀਕਲ ਹੈ ਉਸ 'ਤੇ ਸਟਰਾਈਕ ਕਰੇਗਾ, ਆਹ ਫੋਟੋਨ ਇਸ 'ਤੇ ਸਟਰਾਈਕ ਕਰੇਗਾ, ਆਹ ਫੋਟੋਨ ਇਸ 'ਤੇ ਸਟਰਾਈਕ ਕਰੇਗਾ, ਆਹ ਫੋਟੋਨ ਇਸ 'ਤੇ ਸਟਰਾਈਕ ਕਰੇਗਾ। ਐਵੇਂ ਇਹ ਸਾਰੇ ਫੋਟੋਨਸ, ਇਹ ਸਾਰੇ ਪਾਰਟੀਕਲਸ 'ਤੇ ਸਟਰਾਈਕ ਕਰਨਗੇ, ਹੈ ਨਾ। ਸਾਰੇ ਪਾਰਟੀਕਲਸ ਨੂੰ ਐਨਰਜੀ ਮਿਲੇਗੀ। ਫੋਟੋਨਸ 'ਚ ਐਨਰਜੀ ਹੀ ਹੁੰਦੀ ਹੈ ਨਾ, ਫੋਟੋਨ ਕੈਰੀਜ਼ ਐਨਰਜੀ, ਹੈ ਨਾ। ਫੋਟੋਨਸ ਆਪਣੀ ਐਨਰਜੀ ਇਹਨਾਂ ਪਾਰਟੀਕਲਸ ਨੂੰ ਦੇ ਦੇਣਗੇ, ਹੈ ਨਾ। ਅੱਛਾ, ਤੁਸੀਂ ਇੱਕ ਚੀਜ਼ ਚੈੱਕ ਕਰੋ ਵੀ ਸੋਰਸ ਤੋਂ ਪਾਰਟੀਕਲਸ ਤੱਕ ਦਾ ਡਿਸਟੈਂਸ, ਸੋਰਸ ਤੋਂ ਸਾਰੇ ਪਾਰਟੀਕਲਸ ਦਾ ਆਪਸ 'ਚ ਡਿਸਟੈਂਸ ਕੀ ਹੈ ਬੇਟਾ, ਸੇਮ ਹੈ ਡਿਸਟੈਂਸ, ਹੈ ਨਾ। ਅਤੇ ਜਿਹੜੇ ਫੋਟੋਨਸ ਹੈ ਦੇ ਆਰ ਟਰੈਵਲਿੰਗ ਵਿਦ ਸੇਮ ਸਪੀਡ ਇਨ ਆਲ ਡਾਇਰੈਕਸ਼ਨ। ਜਿਹੜੇ ਆ ਫੋਟੋਨਸ ਹੈ ਇਹ ਹਰ ਡਾਇਰੈਕਸ਼ਨ 'ਚ ਸੇਮ ਸਪੀਡ ਨਾਲ ਟਰੈਵਲ ਕਰਦੇ ਨੇ, ਸੇਮ ਇਕੁਅਲ ਸਪੀਡ ਨਾਲ। ਇੱਕ ਆਪਣੇ ਕੋਲ ਫਾਰਮੂਲਾ ਹੁੰਦਾ, ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ। ਤਾਂ ਬੇਟਾ ਟਾਈਮ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਸਪੀਡ। ਜਦੋਂ ਸਾਰੇ ਪਾਰਟੀਕਲਸ ਦਾ ਸੋਰਸ ਤੋਂ ਡਿਸਟੈਂਸ ਸੇਮ ਹੈ, ਫੋਟੋਨਸ ਦੀ ਹਰ ਡਾਇਰੈਕਸ਼ਨ 'ਚ ਸਪੀਡ ਵੀ ਕੀ ਹੈ ਬੇਟਾ, ਸੇਮ ਹੈ, ਤਾਂ ਸਾਰੇ ਫੋਟੋਨਸ ਸੇਮ ਟਾਈਮ 'ਤੇ ਪਹੁੰਚਣਗੇ। ਮਤਲਬ ਐਵੇਂ ਨਹੀਂ ਹੋਏਗਾ ਵੀ ਆਹ ਫੋਟੋਨ ਪਹਿਲਾਂ ਪਹੁੰਚ ਜਾਏਗਾ, ਆਹ ਵਾਲਾ ਫੋਟੋਨ ਲੇਟ ਪਹੁੰਚੇਗਾ, ਆਹ ਫੋਟੋਨ ਪਹਿਲਾਂ ਪਹੁੰਚ ਗਿਆ, ਆਹ ਲੇਟ ਪਹੁੰਚੇਗਾ, ਨਹੀਂ। ਇਹ ਸਾਰੇ ਫੋਟੋਨਸ ਇਹਨਾਂ ਪਾਰਟੀਕਲਸ ਨੂੰ ਸੇਮ ਟਾਈਮ 'ਤੇ ਮਿਲਣਗੇ। ਇਹਨਾਂ ਸਾਰੇ ਪਾਰਟੀਕਲਸ ਨੂੰ ਐਨਰਜੀ ਸੇਮ ਟਾਈਮ 'ਤੇ ਮਿਲੇਗੀ। all particles which lies at equal distance from source, ਉਹ ਸਾਰੇ particles which lies at equal distance from source got energy from source at same time, source ਤੋਂ ਉਹਨਾਂ ਨੂੰ એનર્ਜੀ ਮਿਲੇਗੀ same time 'ਤੇ, and they vibrate in same phase। ਇਹ ਸਾਰੇ ਪਾਰਟੀਕਲ ਸੇਮ ਫੇਜ਼ 'ਚ ਵਾਈਬਰੇਟ ਕਰਨਾ ਸਟਾਰਟ ਕਰ ਦੇਣਗੇ ਆਪਣੀ ਪੋਜੀਸ਼ਨ 'ਤੇ, ਸੋਰਸ ਤੋਂ એનર્ਜੀ ਲੈ ਕੇ, ਹੈ ਨਾ। ਇਹ ਸਾਰੇ ਪਾਰਟੀਕਲਸ, ਕਿਹੜੇ ਪਾਰਟੀਕਲਸ ਬੇਟਾ, ਜਿਹੜੇ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਨੇ, ਜਿਹੜੇ ਪਾਰਟੀਕਲਸ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਨੇ, ਹੈ ਨਾ। ਕਿਹੜੇ ਪਾਰਟੀਕਲਸ, ਜਿਹੜੇ ਸਫੀਅਰ ਦੀ ਬਾਉਂਡਰੀ 'ਤੇ ਪਏ ਨੇ, ਵਿਚ ਆਰ ਪਲੇਸਡ ਐਟ ਦਾ ਬਾਉਂਡਰੀ ਆਫ ਦਾ ਸਫੀਅਰ, ਹੈ ਨਾ। ਜਿਹੜੇ ਸਫੀਅਰ ਦੀ ਬਾਉਂਡਰੀ 'ਤੇ ਪਏ ਨੇ ਉਹ ਸਾਰੇ ਪਾਰਟੀਕਲ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਨੇ। ਇਕੁਅਲ ਡਿਸਟੈਂਸ 'ਤੇ ਹੋਣ ਕਰਕੇ ਉਹਨਾਂ ਨੂੰ ਐਨਰਜੀ ਸੇਮ ਟਾਈਮ 'ਤੇ ਮਿਲਦੀ ਹੈ। ਸੇਮ ਟਾਈਮ 'ਤੇ ਮਿਲਣ ਕਰਕੇ ਉਹ ਸਾਰੇ ਸੇਮ ਫੇਜ਼ 'ਚ ਵਾਈਬਰੇਟ ਕਰਦੇ ਨੇ। ਸੇਮ ਫੇਜ਼ ਸਮਝਦੇ ਹੋ, ਸੇਮ ਫੇਜ਼ ਮਤਲਬ ਉਹ ਸੇਮ ਟਾਈਮ 'ਤੇ ਬਾਹਰ ਨੂੰ ਜਾਣਗੇ, ਸੇਮ ਟਾਈਮ 'ਤੇ ਅੰਦਰ ਨੂੰ ਆਉਣਗੇ, ਸੇਮ ਟਾਈਮ 'ਤੇ ਬਾਹਰ ਨੂੰ ਜਾਣਗੇ, ਸੇਮ ਟਾਈਮ 'ਤੇ ਅੰਦਰ ਨੂੰ ਜਾਣਗੇ। ਐਵੇਂ ਨਹੀਂ ਹੋਏਗਾ ਵੀ ਇੱਕ ਪਾਰਟੀਕਲ ਬਾਹਰ ਨੂੰ ਗਿਰਿਆ, ਇੱਕ ਪਾਰਟੀਕਲ ਅੰਦਰ ਨੂੰ ਆਇਆ, ਫਿਰ ਇੱਕ ਪਾਰਟੀਕਲ ਵਾਪਿਸ ਅੰਦਰ ਨੂੰ ਆਇਆ, ਦੂਸਰਾ ਪਾਰਟੀਕਲ ਬਾਹਰ ਨੂੰ ਗਿਆ, ਨਹੀਂ ਐਵੇਂ ਨਹੀਂ ਹੋਏਗਾ, ਹੈ ਨਾ। ਆਲ ਪਾਰਟੀਕਲਸ ਲਾਈਕ ਦਿਸ ਐਵੇਂ ਵਾਈਬਰੇਟ ਕਰਨਗੇ, ਸੇਮ ਫੇਜ਼ 'ਚ ਵਾਈਬਰੇਟ ਕਰਨਗੇ, ਸੇਮ ਟਾਈਮ 'ਤੇ ਬਾਹਰ ਨੂੰ ਜਾਣਗੇ, ਸੇਮ ਟਾਈਮ 'ਤੇ ਅੰਦਰ ਨੂੰ ਆਉਣਗੇ, ਸੇਮ ਟਾਈਮ 'ਤੇ ਬਾਹਰ ਨੂੰ ਜਾਣਗੇ, ਸੇਮ ਟਾਈਮ 'ਤੇ ਅੰਦਰ ਨੂੰ ਆਉਣਗੇ, ਐਵੇਂ ਵਾਈਬਰੇਟ ਕਰਨਗੇ। ਸਮਝ ਗਏ ਬੇਟਾ। ਐਵੇਂ ਸੋਰਸ ਤੋਂ એનર્ਜੀ ਲੈ ਲੈਣਗੇ, ਸੋਰਸ ਤੋਂ એનર્ਜੀ ਲੈ ਕੇ ਦੇ ਸਟਾਰਟਸ ਵਾਈਬਰੇਟਿੰਗ ਇਨ ਦੈਟ ਸੈਂਸ, ਇਸ ਤਰੀਕੇ ਨਾਲ ਵਾਈਬਰੇਟ ਕਰਨਾ ਸਟਾਰਟ ਕਰ ਦੇਣਗੇ, ਇਸ ਤਰੀਕੇ ਨਾਲ, ਐਵੇਂ ਸੇਮ ਫੇਜ਼ 'ਚ, ਹੈ ਨਾ। ਦੇ ਆਰ ਵਾਈਬਰੇਟਿੰਗ ਇਨ ਸੇਮ ਫੇਜ਼। ਸੋ ਜਿਹੜੇ ਪਾਰਟੀਕਲ ਸੇਮ ਫੇਜ਼ 'ਚ ਵਾਈਬਰੇਟ ਕਰ ਰਹੇ ਨੇ, ਇਹਨਾਂ ਪਾਰਟੀਕਲਸ ਦੀ ਲੋਕੇਸ਼ਨ ਕਹਿ ਲਓ ਜਾਂ ਮੈਥਮੈਟੀਕਲ ਲੈਂਗੁਏਜ 'ਚ ਲੋਕਸ ਕਹਿ ਲਓ, locus of all those particles which vibrating in same phase is known as wave front। locus of all those particles which are vibrating in same phase is known as
ਵੇਵ ਫਰੰਟ, ਇਸ ਨੂੰ ਕਹਿੰਦੇ ਨੇ ਬੇਟਾ ਵੇਵ ਫਰੰਟ। ਦੈਟ ਇਜ਼ ਦ ਡੈਫੀਨੇਸ਼ਨ ਆਫ ਵੇਵ ਫਰੰਟ। ਆਹ ਵਾਲੇ ਆ ਜਿਹੜਾ ਲੋਕਸ ਬਣ ਗਿਆ ਨਾ, ਆਹ ਲੋਕੇਸ਼ਨ, ਸਾਰੇ ਪਾਰਟੀਕਲਸ ਦੀ ਲੋਕੇਸ਼ਨ ਜਾਂ ਲੋਕਸ, ਜਿਹੜੇ ਕਿਹੜੇ ਪਾਰਟੀਕਲਸ ਬੇਟਾ, ਜਿਹੜੇ ਸੇਮ ਫੇਜ਼ 'ਚ ਵਾਈਬਰੇਟ ਕਰ ਰਹੇ ਨੇ, ਵਿਚ ਆਰ ਵਾਈਬਰੇਟਿੰਗ ਇਨ ਸੇਮ ਫੇਜ਼। ਐਂਡ ਇਹ ਕਿਹੜੇ ਪਾਰਟੀਕਲਸ ਹੋਣਗੇ, ਜਿਹੜੇ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਹੋਣਗੇ, ਵਿਚ ਆਰ ਐਟ ਇਕੁਅਲ ਡਿਸਟੈਂਸ ਫਰੋਮ ਦਾ ਸੋਰਸ, ਹੈ ਨਾ। ਉਹ ਸੋਰਸ ਤੋਂ એનર્ਜੀ ਲੈਂਦੇ ਨੇ, ਉਹਨਾਂ ਨੂੰ એનર્ਜੀ ਸੇਮ ਟਾਈਮ 'ਤੇ ਮਿਲਦੀ ਹੈ। ਸੇਮ ਟਾਈਮ 'ਤੇ ਕਿਉਂ ਮਿਲਦੀ ਹੈ, ਮੈਂ ਤੁਹਾਨੂੰ ਉੱਧਰ ਸਮਝਾਇਆ ਕਿਉਂ, ਕਿਉਂਕਿ ਸੋਰਸ ਤੋਂ ਉਹਨਾਂ ਪਾਰਟੀਕਲਸ ਦਾ ਡਿਸਟੈਂਸ ਸੇਮ ਹੈ, ਅਤੇ ਸਾਰੇ ਡਾਇਰੈਕਸ਼ਨ 'ਚ ਜਿਹੜੇ ਫੋਟੋਨਸ ਹੈ, ਫੋਟੋਨਸ ਉਹ ਸੇਮ ਸਪੀਡ ਦੇ ਨਾਲ ਚੱਲਦੇ ਹੁੰਦੇ ਨੇ। ਜਦੋਂ ਡਿਸਟੈਂਸ ਸੇਮ ਹੈ, ਸਪੀਡ ਸੇਮ ਹੈ ਫੋਟੋਨਸ ਦੀ, ਤਾਂ ਉਹ ਸੇਮ ਟਾਈਮ 'ਤੇ ਪਹੁੰਚਣਗੇ। ਜਦੋਂ ਬੇਟਾ ਉਹ ਸੇਮ ਟਾਈਮ 'ਤੇ ਪਹੁੰਚਣਗੇ ਤਾਂ ਸਾਰੇ ਪਾਰਟੀਕਲਸ ਨੂੰ એનર્ਜੀ ਸੇਮ ਟਾਈਮ 'ਤੇ ਮਿਲੇਗੀ, ਐਂਡ ਉਹ ਸਾਰੇ ਪਾਰਟੀਕਲਸ ਸੇਮ ਫੇਜ਼ 'ਚ ਵਾਈਬਰੇਟ ਕਰਨਗੇ, ਸੇਮ ਫੇਜ਼ 'ਚ। ਇਹੋ ਜਿਹੇ ਪਾਰਟੀਕਲਸ ਦੇ ਲੋਕੇਸ਼ਨ ਨੂੰ, ਲੋਕਸ ਨੂੰ ਅਸੀਂ ਕੀ ਬੋਲਦੇ ਨੇ, ਵੇਵ ਫਰੰਟ। ਹੁਣ ਸੁਣੋ ਕੁਛ ਇੰਪੋਰਟੈਂਟ ਚੀਜ਼ਾਂ ਸੁਣੋ ਬੇਟਾ। ਅਗਰ ਸੋਰਸ ਪੁਆਇੰਟ ਸੋਰਸ ਹੋਵੇ, ਇਫ source is point source, like bulb, like this point source, ਬਲਬ ਦੀ ਤਰ੍ਹਾਂ, ਜਿਵੇਂ ਬਲਬ ਹੁੰਦਾ, ਤਾਂ ਫਿਰ ਬੇਟਾ ਵੇਵ ਫਰੰਟਸ ਜਿਹੜੇ ਬਣਦੇ ਹੁੰਦੇ ਨੇ ਉਹ ਸਫੈਰੀਕਲ ਵੇਵ ਫਰੰਟਸ ਬਣਦੇ ਹੁੰਦੇ ਨੇ। ਐਵੇਂ ਵੇਵ ਫਰੰਟਸ ਬਣਨਗੇ, ਮਤਲਬ ਜਿਵੇਂ ਇਹ ਵਾਲੇ ਪਾਰਟੀਕਲ ਸਾਰੇ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਨੇ, ਇਹ ਆਪਣਾ ਵੇਵ ਫਰੰਟ ਬਣਾਉਣਗੇ। ਇਹ ਪਾਰਟੀਕਲਸ ਸਾਰੇ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਨੇ, ਇਹ ਆਪਣਾ ਅਲੱਗ ਵੇਵ ਫਰੰਟ ਬਣਾਉਣਗੇ, ਹੈ ਨਾ। ਇਹ ਵਾਲੇ ਪਾਰਟੀਕਲ ਸੋਰਸ ਤੋਂ ਇਕੁਅਲ ਡਿਸਟੈਂਸ ਨੇ, ਇਹ ਆਪਣਾ ਅਲੱਗ ਵੇਵ ਫਰੰਟ ਬਣਾਉਣਗੇ। ਐਵੇਂ ਕਿਹੋ ਜਿਹੇ ਵੇਵ ਫਰੰਟਸ ਬਣਨਗੇ, ਇਹ ਸਾਰੇ ਸਫੈਰੀਕਲ ਵੇਵ ਫਰੰਟ ਬਣਨਗੇ। ਇਫ ਸੋਰਸ ਇਜ਼ ਪੁਆਇੰਟ ਸੋਰਸ, if source is point source, then wavefront obtained is spherical wavefront। ਜੇ ਸੋਰਸ ਪੁਆਇੰਟ ਸੋਰਸ ਹੈ ਨਾ, ਇਹ ਪਾਰਟੀਕਲ ਸੇਮ ਫੇਸ 'ਚ ਵਾਈਬਰੇਟ ਕਰਨਗੇ, ਇਹਦੇ ਪਾਰਟੀਕਲ ਸੇਮ ਫੇਸ 'ਚ ਵਾਈਬਰੇਟ ਕਰਨਗੇ, ਇਹਦੇ ਪਾਰਟੀਕਲ ਸਾਰੇ ਪਾਰਟੀਕਲ ਸੇਮ ਫੇਸ 'ਚ ਵਾਈਬਰੇਟ ਕਰਨਗੇ। ਅਗਰ ਸੋਰਸ ਲਾਈਨ ਸੋਰਸ ਹੈ, ਲਾਈਕ ਟਿਊਬਲਾਈਟ, ਇਫ source is line source, line, ਫਿਰ ਬੇਟਾ ਕਿਹੜੇ ਪਾਰਟੀਕਲਸ ਹੋਣਗੇ ਜਿਹੜੇ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਹੋਣਗੇ, ਕਿਹੜੇ ਪਾਰਟੀਕਲਸ ਹੋਣਗੇ ਜਿਹੜੇ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਹੋਣਗੇ, ਜਿਹੜੇ ਪਾਰਟੀਕਲ ਸਿਲੰਡਰ ਦੇ ਕਰਵਡ ਸਰਫੇਸ ਏਰੀਆ 'ਤੇ ਲਾਈ ਕਰਨਗੇ, ਲਾਈਕ ਦਿਸ। ਆਹ ਵਾਲੇ ਪਾਰਟੀਕਲਸ ਜਿਹੜੇ ਕਰਵਡ ਸਰਫੇਸ ਏਰੀਆ 'ਤੇ ਲਾਈ ਕਰਨਗੇ, ਆਹ ਵਾਲੇ ਪਾਰਟੀਕਲਸ ਬੇਟਾ, which lies on curved surface area, like this। ਜਿਹੜੇ ਕਰਵਡ ਸਰਫੇਸ ਏਰੀਆ 'ਤੇ ਲਾਈ ਕਰਨਗੇ, ਇਹ ਸਾਰੇ ਸੇਮ ਫੇਸ, ਕਿਉਂਕਿ ਸੋਰਸ ਤੋਂ ਇਹਨਾਂ ਪਾਰਟੀਕਲਸ ਨੂੰ ਜਿਹੜੀ એનર્ਜੀ ਮਿਲੇਗੀ ਸੇਮ ਟਾਈਮ 'ਤੇ ਮਿਲੇਗੀ, ਸੇਮ ਟਾਈਮ 'ਤੇ એનર્ਜੀ ਮਿਲਣ ਕਰਕੇ ਦੇ ਵਾਈਬਰੇਟਿੰਗ ਇਨ ਸੇਮ ਫੇਸ। ਤਾਂ ਕਿਹੋ ਜਿਹਾ ਵੇਵ ਫਰੰਟ ਬਣੇਗਾ, ਸਿਲੈਂਡਰੀਕਲ ਵੇਵ ਫਰੰਟ। ਤਾਂ ਵੇਵ ਫਰੰਟ ਸਿਰਫ ਆਹੀ ਦੋ ਤਰ੍ਹਾਂ ਦੇ ਹੁੰਦੇ ਨੇ, ਜਾਂ ਵੇਵ ਫਰੰਟਸ ਕਿਹੋ ਜਿਹੇ ਬਣਦੇ ਹੁੰਦੇ ਨੇ, ਸਫੈਰੀਕਲ, ਜਾਂ ਕਿਹੋ ਜਿਹੇ ਬਣਦੇ ਹੁੰਦੇ ਨੇ ਵੇਵ ਫਰੰਟਸ ਸਿਲੈਂਡਰੀਕਲ। ਜੇ ਸੋਰਸ ਪੁਆਇੰਟ ਸੋਰਸ ਹੈ ਤਾਂ ਵੇਵ ਫਰੰਟ ਕਿਹੋ ਜਿਹਾ ਬਣਦਾ, ਸਫੈਰੀਕਲ। ਜੇ ਸੋਰਸ ਲਾਈਨ ਸੋਰਸ ਹੈ ਫਿਰ ਵੇਵ ਫਰੰਟ ਕਿਹੋ ਜਿਹਾ ਬਣਦਾ, ਸਿਲੈਂਡਰੀਕਲ, ਜੇ ਸੋਰਸ ਲਾਈਨ ਸੋਰਸ ਹੈ। ਠੀਕ ਹੈ। ਅੱਛਾ ਲਿਸਨ, ਇੱਕ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਹੁੰਦੇ, ਵੇਟ ਅ ਮਿੰਟ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਅਗਰ ਸਰਕਲ ਬਹੁਤ ਵੱਡਾ ਹੋਵੇ, ਅਗਰ ਸਰਕਲ ਬਹੁਤ ਵੱਡਾ ਹੈ ਨਾ, ਸਰਕਲ, if circle is very large, ਬਹੁਤ ਵੱਡਾ ਸਰਕਲ ਹੈ, like this, ਹੈ ਨਾ। ਫਿਰ ਉਹਦਾ ਜਿਹੜਾ ਛੋਟਾ ਜਿਹਾ ਪੋਰਸ਼ਨ ਹੈ, ਛੋਟਾ ਜਿਹਾ ਪੋਰਸ਼ਨ, ਇਟ ਐਕਟ ਐਜ਼ ਅ ਸਟ੍ਰੇਟ ਲਾਈਨ। ਬਹੁਤ ਵੱਡੇ ਸਰਕਲ ਦਾ ਛੋਟਾ ਜਿਹਾ ਪੋਰਸ਼ਨ ਐਕਟ ਐਜ਼ ਅ ਸਟ੍ਰੇਟ ਲਾਈਨ। ਉਵੇਂ ਅਗਰ ਸਫੀਅਰ ਜਾਂ ਸਿਲੰਡਰ ਇਜ਼ ਵੈਰੀ ਲਾਰਜ, ਫਿਰ ਉਹਦਾ ਸਮੋਲ ਪੋਰਸ਼ਨ, then its small portion acts like plane,
ਜਿਵੇਂ ਬੇਟਾ ਸਰਕਲ ਹੈ, ਧਿਆਨ ਨਾਲ ਸਮਝੋ ਮੇਰੀ ਗੱਲ, ਮੈਂ ਕੀ ਬੋਲ ਰਿਹਾ। ਜਿਵੇਂ ਸਰਕਲ ਅਗਰ ਬਹੁਤ ਵੱਡਾ ਹੈ ਤਾਂ ਮੈਂ ਕਾਪੀ 'ਤੇ ਉਨਾ ਵੱਡਾ ਬਣਾ ਵੀ ਨਹੀਂ ਪਾਇਆ, ਨਹੀਂ ਤਾਂ ਤੁਹਾਡੀ ਸਕਰੀਨ ਤੋਂ ਬਾਹਰ ਚਲਾ ਜਾਂਦਾ, ਤੁਹਾਨੂੰ ਵਿਜ਼ੀਬਲ ਹੀ ਨਾ ਹੋਣਾ ਸੀਗਾ ਬੇਟਾ, ਹੈ ਨਾ। ਅਗਰ ਸਰਕਲ ਬਹੁਤ ਵੱਡਾ ਹੈ ਤਾਂ ਉਹਦੇ ਛੋਟੇ ਜਿਹੇ ਪੋਰਸ਼ਨ ਨੂੰ ਅਸੀਂ ਕੀ ਬੋਲਦੇ ਨੇ, ਸਟ੍ਰੇਟ ਲਾਈਨ, ਹੈ ਨਾ। ਉਵੇਂ ਅਗਰ ਸਫੀਅਰ ਜਾਂ ਸਿਲੰਡਰ ਬਹੁਤ ਵੱਡੇ ਹੋਣਗੇ, ਸਫੀਅਰ ਜਾਂ ਸਿਲੰਡਰ ਬਹੁਤ ਲਾਰਜ ਹੋਣਗੇ, ਫਿਰ ਉਹਦੇ ਛੋਟੇ ਜਿਹੇ ਪੋਰਸ਼ਨ ਨੂੰ ਅਸੀਂ ਕੀ ਬੋਲਦੇ ਨੇ, ਪਲੇਨ। ਦੈਟ ਮੀਨਸ ਇਫ spherical wavefront and cylindrical wavefronts are very large in size, then their small portion acts like plane wavefront। ਉਹਨਾਂ ਦਾ ਛੋਟਾ ਜਿਹਾ ਪੋਰਸ਼ਨ ਐਵੇਂ ਪਲੇਨ ਵੇਵ ਫਰੰਟ ਦਾ ਰੋਲ ਪਲੇ ਕਰੇਗਾ, ਐਵੇਂ। ਅਗਰ ਸਿਲੰਡਰ ਜਾਂ ਸਫੀਅਰ ਬਹੁਤ ਵੱਡਾ ਹੈ ਨਾ, ਫਿਰ ਜਿਹੜਾ ਉਹਦਾ ਛੋਟਾ ਜਿਹਾ ਪੋਰਸ਼ਨ ਅਸੀਂ ਕੱਟਾਂਗੇ, ਦੈਟ ਐਕਟਸ ਐਜ਼ ਅ ਪਲੇਨ ਵੇਵ ਫਰੰਟ। ਵੇਵ ਫਰੰਟ ਬੇਟਾ ਆਹੀ ਦੋ ਤਰ੍ਹਾਂ ਦੇ ਹੁੰਦੇ ਨੇ, ਲਿਸਨ ਕੇਅਰਫੁਲੀ। ਵੇਵ ਫਰੰਟ ਤਾਂ ਆਹੀ ਦੋ ਤਰ੍ਹਾਂ ਦੇ ਹੁੰਦੇ ਨੇ, ਜਾਂ ਤਾਂ ਸਫੈਰੀਕਲ ਵੇਵ ਫਰੰਟ ਹੋਣਗੇ ਜਾਂ ਸਿਲੰਡਰੀਕਲ ਵੇਵ ਫਰੰਟ ਹੋਣਗੇ। Either wavefronts are spherical or wavefronts are cylindrical. If source is point source, then wavefronts obtained are spherical. If source is line source, then wavefront obtained is cylindrical, ਹੈ ਨਾ। ਪਰ ਕਈ ਵਾਰ ਆਪਾਂ ਨੂੰ ਪਲੇਨ ਵੇਵਫਰੰਟ ਦਾ ਜ਼ਿਕਰ ਆ ਜਾਂਦਾ ਹੈ, ਤਾਂ ਉੱਥੇ ਕਨਫਿਊਜ਼ ਨਹੀਂ ਹੋਣਾ ਵੀ ਅਸੀਂ ਪੜ੍ਹਿਆ ਨਹੀਂ ਹੈਗਾ। ਜੇ ਸੋਰਸ ਪੁਆਇੰਟ ਸੋਰਸ ਹੈ ਤਾਂ ਸਫੈਰੀਕਲ ਵੇਵਫਰੰਟਸ ਬਣਨਗੇ, ਜੇ ਸੋਰਸ ਲਾਈਨ ਸੋਰਸ ਹੈ ਤਾਂ ਸਿਲੰਡਰੀਕਲ ਵੇਵਫਰੰਟ ਬਣਨਗੇ। ਅਗਰ ਉਹ ਵੇਵਫਰੰਟਸ ਬਹੁਤ ਵੱਡੇ ਨੇ, ਜਿਵੇਂ ਪਹਿਲਾਂ ਛੋਟਾ ਵੇਵਫਰੰਟ ਬਣੇਗਾ, ਫਿਰ ਉਸ ਤੋਂ ਵੱਡਾ ਵੇਵਫਰੰਟ ਬਣੇਗਾ, ਫਿਰ ਉਸ ਤੋਂ ਵੱਡਾ ਵੇਵਫਰੰਟ ਬਣੇਗਾ, ਫਿਰ ਉਸ ਤੋਂ ਵੱਡਾ ਵੇਵਫਰੰਟ। ਅਗਰ ਉਹ ਵੇਵਫਰੰਟ ਬਹੁਤ ਵੱਡੇ ਨੇ, ਆਈਦਰ ਚਾਹੇ ਸਫੈਰੀਕਲ ਹੈ ਚਾਹੇ ਉਹ ਸਿਲੰਡਰੀਕਲ ਹੈ, ਅਗਰ ਉਹ ਵੇਵਫਰੰਟ ਬਹੁਤ ਵੱਡੇ ਨੇ, ਫਿਰ ਉਹਨਾਂ ਦਾ ਜਿਹੜਾ ਸਮੋਲ ਪੋਰਸ਼ਨ ਹੋਏਗਾ, ਛੋਟਾ ਜਿਹਾ ਪੋਰਸ਼ਨ ਨੂੰ ਅਸੀਂ ਪਲੇਨ ਵੇਵਫਰੰਟ ਕਹਿ ਸਕਦੇ, ਪਲੇਨ ਵੇਵਫਰੰਟ, ਠੀਕ ਹੈ। ਅੱਛਾ ਇੱਕ ਚੀਜ਼ ਹੋਰ ਸੁਣੋ, ਕਹਿੰਦੇ ਇਸ ਵੇਵਫਰੰਟ ਦੇ ਵਿੱਚ ਜਿਹੜੇ ਆ ਫੋਟੋਨਸ, ਚਾਹੇ ਤੁਸੀਂ ਫੋਟੋਨਸ ਬੋਲ ਰਹੇ ਹੋ, ਚਾਹੇ ਤੁਸੀਂ ਰੇਡੀਏਸ਼ਨਸ ਬੋਲ ਰਹੇ ਹੋ, ਚਾਹੇ ਡਿਸਟਰਬੈਂਸਿਸ ਬੋਲ ਰਹੇ ਹੋ, ਹੈ ਨਾ। ਇਹ ਫੋਟੋਨਸ ਜਿਹੜੇ ਸਟਰਾਈਕ ਕਰਨਗੇ ਬੇਟਾ, ਇਹ ਵੇਵਫਰੰਟ ਤੋਂ ਕਿੰਨੇ ਐਂਗਲ 'ਤੇ ਸਟਰਾਈਕ ਕਰਨਗੇ। ਦਿਸ ਇਜ਼ ਵੇਵਫਰੰਟ ਨਾ, ਦਿਸ ਵਨ ਇਜ਼ ਵੇਵਫਰੰਟ, ਹੈ ਨਾ। ਇਹ ਕਿੰਨੇ ਐਂਗਲ 'ਤੇ ਸਟਰਾਈਕ ਕਰ ਰਹੇ ਨੇ, 90 ਡਿਗਰੀ। ਐਂਡ ਇਸ ਤੋਂ ਅੱਗੇ ਅਗਰ ਅੱਗੇ ਵੀ ਰਿਲੀਜ਼ ਹੋਣਗੇ ਤਾਂ ਕਿੰਨੇ ਐਂਗਲ 'ਤੇ ਰਿਲੀਜ਼ ਹੋਣਗੇ, 90 ਡਿਗਰੀ। ਚਾਹੇ ਵੇਵਫਰੰਟ ਸਫੈਰੀਕਲ ਹੈ, ਚਾਹੇ ਵੇਵਫਰੰਟ ਸਿਲੰਡਰੀਕਲ ਹੈ ਨਾ ਬੇਟਾ, ਚਾਹੇ ਵੇਵਫਰੰਟ ਸਫੈਰੀਕਲ ਹੈ, ਚਾਹੇ ਵੇਵਫਰੰਟ ਸਿਲੰਡਰੀਕਲ ਹੈ, ਚਾਹੇ ਵੇਵਫਰੰਟ ਪਲੇਨ ਹੈ, ਕੋਈ ਵੀ ਵੇਵਫਰੰਟ ਹੈ ਨਾ। ਜਿਹੜੇ ਲਾਈਟ ਰੇਡੀਏਸ਼ਨਸ ਨੇ, ਆਹ ਵਾਲੀਆਂ ਰੇਡੀਏਸ਼ਨਸ, ਇਹ ਹਰ ਵੇਵਫਰੰਟ 'ਤੇ ਕਿੰਨੇ ਐਂਗਲ 'ਤੇ ਟਕਰਾਉਂਦੀਆਂ ਨੇ, 90 ਡਿਗਰੀ। ਉਸ ਤੋਂ ਨਿਕਲਦੀਆਂ ਵੀ ਕਿੰਨੇ ਐਂਗਲ 'ਤੇ ਨੇ, 90 ਡਿਗਰੀ। ਜਿਵੇਂ ਇੱਥੇ ਦੇਖੋ, ਵੇਟ ਅ ਮਿੰਟ, ਵੀ ਜਿਵੇਂ ਇਸ ਸੋਰਸ ਤੋਂ, ਹੈ ਨਾ, ਇਸ ਵੇਵਫਰੰਟ 'ਤੇ ਜਿਹੜੀ ਲਾਈਟ ਰੇਡੀਏਸ਼ਨ ਸਟਰਾਈਕ ਕਰੇਗੀ, ਉਹ ਕਿੰਨੇ ਐਂਗਲ 'ਤੇ ਸਟਰਾਈਕ ਕਰੇਗੀ ਬੇਟਾ। ਇਸ ਤੋਂ ਅੱਗੇ ਵੀ ਨਿਕਲੇਗੀ ਵੀ ਕਿੰਨੇ ਐਂਗਲ 'ਤੇ, 90 ਡਿਗਰੀ। ਚਾਹੇ ਸਿਲੰਡਰੀਕਲ ਵੇਵਫਰੰਟ ਹੈ, ਇਸ ਸੋਰਸ ਤੋਂ, ਹੈ ਨਾ, ਇਸ ਤੱਕ ਜਿਹੜੀ ਲਾਈਟ ਰੇਡੀਏਸ਼ਨ ਹੈ ਉਹ ਕਿੰਨੇ ਐਂਗਲ 'ਤੇ ਸਟਰਾਈਕ ਕਰੇਗੀ, 90 ਡਿਗਰੀ। ਇਸ ਤੋਂ ਅੱਗੇ ਨਿਕਲੇਗੀ ਵੀ ਕਿੰਨੇ ਐਂਗਲ 'ਤੇ। ਇਹ ਛੋਟੇ ਛੋਟੇ ਚੀਜ਼ਾਂ ਨੇ, ਯਾਦ ਰੱਖਿਓ, ਕਿਉਂਕਿ ਇਹ ਛੋਟੇ ਛੋਟੇ ਚੀਜ਼ਾਂ ਨੂੰ ਆਪਾਂ ਯੂਜ਼ ਕਰਾਂਗੇ ਅੱਗੇ ਆਪਣੇ ਆਰਟੀਕਲਸ ਨੂੰ ਸਮਝਣ ਵਾਸਤੇ, ਹੈ ਨਾ। ਕਿਸੇ ਵੀ ਸੋਰਸ ਤੋਂ ਵੇਵ ਫਰੰਟ ਦੇ ਉੱਪਰ ਜਿਹੜੀ ਲਾਈਟ ਰੇਡੀਏਸ਼ਨ ਸਟਰਾਈਕ ਕਰਦੀ ਹੈ, ਕਿੰਨੇ ਐਂਗਲ 'ਤੇ ਸਟਰਾਈਕ ਕਰਦੀ ਹੈ, 90 ਡਿਗਰੀ। ਇਸ ਤੋਂ ਨਿਕਲਦੀ ਵੀ ਕਿੰਨੇ ਐਂਗਲ 'ਤੇ, 90 ਡਿਗਰੀ 'ਤੇ। ਐਵੇਂ ਪਲੇਨ ਵੇਵ ਫਰੰਟ ਵੀ, ਅਗਰ ਪਲੇਨ ਵੇਵ ਫਰੰਟ ਦੇ ਉੱਪਰ ਵੀ ਜਿਹੜੀ ਲਾਈਟ ਰੇਡੀਏਸ਼ਨ ਹੈ ਕਿੰਨੇ ਐਂਗਲ 'ਤੇ ਸਟਰਾਈਕ ਕਰੇਗੀ ਬੇਟਾ, ਵੇਵ ਫਰੰਟ ਤੋਂ 90 ਡਿਗਰੀ। ਇਸ ਤੋਂ ਨਿਕਲੇਗੀ ਵੀ ਕਿੰਨੇ ਐਂਗਲ 'ਤੇ, 90 ਡਿਗਰੀ। ਕਲੀਅਰ। ਐਂਡ ਦੂਸਰੀ ਚੀਜ਼ ਇਹ ਦੇਖੋ ਵੀ ਇੱਕ ਵੇਵ ਫਰੰਟ ਅਤੇ ਦੂਸਰੇ ਵੇਵ ਫਰੰਟ, ਜਿਵੇਂ ਆਪਣੇ ਕੋਲ ਮੰਨ ਲਓ ਦਿਸ ਇਜ਼ ਫਸਟ ਵੇਵ ਫਰੰਟ, ਦਿਸ ਵਨ ਇਜ਼ ਸੈਕਿੰਡ ਵੇਵ ਫਰੰਟ, ਦਿਸ ਵਨ ਇਜ਼ ਥਰਡ ਵੇਵ ਫਰੰਟ, ਦਿਸ ਵਨ ਇਜ਼ ਫੋਰਥ ਵੇਵ ਫਰੰਟ। ਸੈਕਿੰਡ ਵੇਵ ਫਰੰਟ ਅਤੇ ਥਰਡ ਵੇਵ ਫਰੰਟ ਦੇ ਸਾਰੇ ਪਾਰਟੀਕਲਸ ਦਾ ਆਪਸ 'ਚ ਡਿਸਟੈਂਸ ਕੀ ਹੈ, ਸੇਮ ਹੈ। ਬੋਲੋ। ਸੈਕਿੰਡ ਵੇਵ ਫਰੰਟ, ਮੈਂ ਤਾਂ ਸੈਕਿੰਡ ਅਤੇ ਥਰਡ ਦੀ ਸਿਰਫ ਐਗਜ਼ਾਮਪਲ ਲੈ ਰਿਹਾ ਬੇਟਾ। ਸੈਕਿੰਡ ਵੇਵ ਫਰੰਟ ਅਤੇ ਥਰਡ ਵੇਵ ਫਰੰਟ ਸਾਰੇ ਪਾਰਟੀਕਲਸ, ਦੋ ਵੇਵ, ਕਹਿਣ ਦਾ ਮਤਲਬ ਦੋ ਵੇਵ ਫਰੰਟ ਦੇ ਸਾਰੇ ਪਾਰਟੀਕਲਸ ਦਾ ਆਪਸ 'ਚ ਡਿਸਟੈਂਸ ਸੇਮ ਹੁੰਦਾ। ਡਿਸਟੈਂਸ ਸੇਮ ਹੁੰਦਾ, ਲਾਈਟ ਦੀ ਸਪੀਡ ਵੀ ਕੀ ਹੁੰਦੀ ਹੈ, ਸੇਮ। ਡਿਸਟੈਂਸ ਸੇਮ, ਸਪੀਡ ਸੇਮ, ਤਾਂ ਟਾਈਮ ਵੀ ਕੀ ਰਹੇਗਾ, ਸੇਮ। ਮਤਲਬ ਇੱਕ ਵੇਵ ਫਰੰਟ ਤੋਂ ਦੂਸਰੇ ਵੇਵ ਫਰੰਟ ਤੱਕ ਜਾਣ ਦਾ,
है ना। एक ਵੇਵ ਫਰੰਟ ਤੋਂ ਦੂਸਰੇ ਵੇਵ ਫਰੰਟ ਤੱਕ ਜਾਣ ਦਾ ਜਿੰਨਾ ਲਾਈਟ ਰੇਡੀਏਸ਼ਨ ਦਾ ਟਾਈਮ ਆ ਬਣੇਗਾ ਉਨਾ ਹੀ ਟਾਈਮ ਆ ਬਣੇਗਾ, ਉਨਾ ਹੀ ਟਾਈਮ ਆ ਲਏਗੀ, ਉਨਾ ਹੀ ਟਾਈਮ, ਮਤਲਬ ਦੋ ਵੇਵ ਫਰੰਟਸ ਦੇ ਬਿਟਵੀਨ ਅਲੱਗ-ਅਲੱਗ ਰੇਡੀਏਸ਼ਨਸ ਦਾ ਟਾਈਮ ਅਲੱਗ-ਅਲੱਗ ਨਹੀਂ ਹੋ ਸਕਦਾ। ਸਮਝ ਆ ਰਹੀ ਹੈ ਮੈਂ ਕੀ ਬੋਲ ਰਿਹਾ? ਸਮਝ ਆ ਰਹੀ ਹੈ ਮੈਂ ਕੀ ਬੋਲ ਰਿਹਾ ਬੇਟਾ? ਵੀ ਇੱਕ ਵੇਵ ਫਰੰਟ ਤੋਂ ਲੈ ਕੇ ਦੂਸਰੇ ਵੇਵ ਫਰੰਟ ਦੇ ਬਿਟਵੀਨ ਜਾਣ ਦਾ ਸਾਰੀਆਂ ਰੇਡੀਏਸ਼ਨਸ ਦਾ ਜਿਹੜਾ ਟਾਈਮ ਹੈ ਇਹ ਕੀ ਰਹੇਗਾ? ਕੌਨਸਟੈਂਟ, ਵੇਰੀਏਬਲ ਨਹੀਂ ਹੋਏਗਾ। ਐਵੇਂ ਨਹੀਂ ਹੋਏਗਾ ਵੀ ਇੱਥੇ ਤੋਂ ਲਾਈਟ ਉਰੇ ਤੱਕ T1 ਟਾਈਮ 'ਚ ਆ ਰਹੀ ਹੈ, ਉਰੇ ਤੋਂ ਲਾਈਟ ਉਰੇ ਤੱਕ T2 ਟਾਈਮ 'ਚ ਆ ਰਹੀ ਹੈ, ਉਰੇ ਤੋਂ ਲਾਈਟ ਉਰੇ ਤੱਕ T3 ਟਾਈਮ 'ਚ ਆ ਰਹੀ ਹੈ, ਫਿਰ T4 ਟਾਈਮ 'ਚ, ਅਲੱਗ-ਅਲੱਗ ਟਾਈਮ 'ਚ ਨਹੀਂ ਜਾਣਗੀਆਂ। ਇਹਨਾਂ ਸਾਰੀਆਂ ਦਾ ਇੱਕ ਵੇਵ ਫਰੰਟ ਤੋਂ ਦੂਸਰੇ ਵੇਵ ਫਰੰਟ ਤੱਕ ਜਾਣ ਦਾ ਇਹਨਾਂ ਸਾਰੀਆਂ ਰੇਡੀਏਸ਼ਨਸ ਦਾ ਜਿਹੜਾ ਟਾਈਮ ਹੈ, ਟਾਈਮ ਉਹ ਕੀ ਰਹੇਗਾ? ਕੌਨਸਟੈਂਟ। ਇਹ ਬੇਟਾ ਇਹ ਸਾਰੀਆਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹਨਾਂ ਨੂੰ ਮਾਈਂਡ 'ਚ ਰੱਖਣਾ ਪਏਗਾ, ਕਿਉਂਕਿ ਅੱਗੇ ਜਿਹੜੇ ਆਰਟੀਕਲਸ ਆਉਣਗੇ ਉਹਨਾਂ 'ਚ ਇਹ ਸਾਰੀਆਂ ਚੀਜ਼ਾਂ ਯੂਜ਼ ਹੋਣ ਵਾਲੀਆਂ ਨੇ। ਇੱਕ ਤਾਂ ਮੈਂ ਤੁਹਾਨੂੰ ਆਹ ਦੱਸਿਆ ਵੀ ਕੋਈ ਵੀ ਵੇਵ ਫਰੰਟ ਹੈ, ਚਾਹੇ ਸਫੈਰੀਕਲ ਵੇਵ ਫਰੰਟ ਹੈ, ਚਾਹੇ ਸਿਲੰਡਰੀਕਲ ਵੇਵ ਫਰੰਟ ਹੈ, ਚਾਹੇ ਪਲੇਨ ਵੇਵ ਫਰੰਟ ਹੈ, ਉਸ 'ਤੇ ਲਾਈਟ ਰੇਡੀਏਸ਼ਨ ਕਿੰਨੇ ਐਂਗਲ 'ਤੇ ਸਟਰਾਈਕ ਕਰੇਗੀ? 90 ਡਿਗਰੀ 'ਤੇ ਹੀ ਸਟਰਾਈਕ ਕਰੇਗੀ, 90 ਡਿਗਰੀ 'ਤੇ ਹੀ ਉਸ 'ਚੋਂ ਰਿਲੀਜ਼ ਹੋਏਗੀ। ਠੀਕ ਹੈ। ਐਂਡ ਇੱਕ ਵੇਵ ਫਰੰਟ ਤੋਂ ਲੈ ਕੇ ਦੂਸਰੇ ਵੇਵ ਫਰੰਟ ਤੱਕ ਜਾਣ ਦਾ ਸਾਰੀਆਂ ਰੇਡੀਏਸ਼ਨਸ ਦਾ, ਸਾਰੇ ਫੋਟੋਨਸ ਦਾ ਜਿਹੜਾ ਟਾਈਮ ਹੈ ਉਹ ਟਾਈਮ ਕੀ ਰਹੇਗਾ ਬੇਟਾ? ਕੌਨਸਟੈਂਟ, ਵੇਰੀਏਬਲ ਨਹੀਂ ਹੋਏਗਾ, ਉਹ ਟਾਈਮ ਕੌਨਸਟੈਂਟ ਹੋਏਗਾ। ਠੀਕ ਹੈ। ਅੱਛਾ, ਅਗਰ ਲਾਈਟ ਨਾ ਇੱਕ ਪੁਆਇੰਟ ਤੋਂ ਦੂਰ ਦੂਰ ਜਾ ਰਹੀ ਹੈ, ਲਾਈਕ ਦਿਸ, ਐਵੇਂ ਅਵੇ ਜਾ ਰਹੀ ਹੈ, ਅਵੇ, ਇੱਕ ਪੁਆਇੰਟ ਤੋਂ ਅਵੇ ਜਾ ਰਹੀ ਹੈ, ਲਾਈਕ ਦਿਸ, ਹੈ ਨਾ। ਫਿਰ ਜਿਹੜੇ ਵੇਵ ਫਰੰਟਸ ਬਣਨਗੇ ਉਹਨਾਂ ਨੂੰ ਅਸੀਂ ਬੋਲਾਂਗੇ ਵੀ ਇਹ ਲਾਈਟ ਡਾਈਵਰਜ ਹੋ ਰਹੀ ਹੈ ਨਾ ਬੇਟਾ, ਲਾਈਟ ਜਿਹੜੀ ਹੈਗੀ ਹੈ ਇੱਕ ਪੁਆਇੰਟ ਤੋਂ ਅਵੇ ਜਾ ਰਹੀ ਹੈ, ਡਾਈਵਰਜ ਹੋ ਰਹੀ ਹੈ, ਡਾਈਵਰਜ। ਅਤੇ ਜਿਹੜੇ ਆ ਵੇਵ ਫਰੰਟਸ ਬਣਨਗੇ ਆਹ ਵਾਲੇ, ਆਹ ਵੇਵ ਫਰੰਟਸ ਜਿਹੜੇ ਬਣਨਗੇ ਬੇਟਾ, ਇਹਨਾਂ ਨੂੰ ਅਸੀਂ ਬੋਲਾਂਗੇ ਡਾਈਵਰਜਿੰਗ ਵੇਵ ਫਰੰਟਸ। ਅਗਰ ਸੋਰਸ ਪੁਆਇੰਟ ਹੈ ਤਾਂ ਸਫੈਰੀਕਲੀ ਡਾਈਵਰਜਿੰਗ ਵੇਵ ਫਰੰਟ, ਕਿਉਂਕਿ ਲਾਈਟ ਡਾਈਵਰਜ ਹੋ ਰਹੀ ਹੈ। ਤਾਂ ਜਿਹੜੇ ਆਹ ਵੇਵ ਫਰੰਟਸ ਬਣਨਗੇ ਆਹ ਵਾਲੇ, ਜਿਹੜੇ ਮੈਂ ਡੋਟਡ ਲਾਈਨ ਨਾਲ ਬਣਾਏ ਨੇ ਬੇਟਾ, ਆਹ ਵਾਲੇ, ਐਵੇਂ, ਇਹਨਾਂ ਨੂੰ ਅਸੀਂ ਬੋਲਾਂਗੇ ਸਫੈਰੀਕਲੀ ਡਾਈਵਰਜਿੰਗ ਵੇਵ ਫਰੰਟ। ਸਫੈਰੀਕਲ ਇਸ ਕਰਕੇ ਕਿਉਂਕਿ ਸੋਰਸ ਪੁਆਇੰਟ ਹੈ, ਜੇ ਸੋਰਸ ਲਾਈਨ ਹੋਏਗਾ ਫਿਰ ਸਿਲੈਂਡਰੀਕਲੀ ਡਾਈਵਰਜਿੰਗ ਵੇਵ ਫਰੰਟ। ਸਮਝ ਗਏ? ਜੇ ਲਾਈਟ ਇੱਕ ਪੁਆਇੰਟ 'ਤੇ ਇਕੱਠੀ ਹੋਵੇ ਲਾਈਕ ਦਿਸ, ਐਵੇਂ ਇੱਕ ਪੁਆਇੰਟ 'ਤੇ ਇਕੱਠੀ ਹੋਵੇ ਲਾਈਟ, ਐਵੇਂ ਇੱਕ ਪੁਆਇੰਟ 'ਤੇ, ਹੈ ਨਾ, ਫਿਰ ਜਿਹੜੇ ਵੇਵ ਫਰੰਟਸ ਬਣਨਗੇ ਆਹ ਵਾਲੇ ਵੇਵ ਫਰੰਟਸ, ਇਹਨਾਂ ਨੂੰ ਬੋਲਾਂਗੇ, ਕਿਉਂਕਿ ਲਾਈਟ ਹੁਣ ਕਨਵਰਜ ਹੋ ਰਹੀ ਹੈ। ਜਦੋਂ ਲਾਈਟ ਡਾਈਵਰਜ ਹੋਏਗੀ, ਡਾਈਵਰਜ ਤਾਂ ਡਾਈਵਰਜਿੰਗ ਵੇਵ ਫਰੰਟ, ਜਦੋਂ ਲਾਈਟ ਇੱਕ ਪੁਆਇੰਟ 'ਤੇ ਇਕੱਠੀ ਹੋ ਰਹੀ ਹੈ ਤਾਂ ਇਟ ਇਜ਼ ਕਨਵਰਜਿੰਗ, ਸਫੈਰੀਕਲੀ ਕਨਵਰਜਿੰਗ, ਵੇਟ ਅ ਮਿੰਟ, ਸਫੈਰੀਕਲੀ ਕਨਵਰਜਿੰਗ ਵੇਵ ਫਰੰਟ। ਜਦੋਂ ਇੱਕ ਪੁਆਇੰਟ ਤੋਂ ਲਾਈਟ ਫੈਲੇਗੀ ਦੈਟ ਇਜ਼ ਸਫੈਰੀਕਲੀ ਡਾਈਵਰਜਿੰਗ ਵੇਵ ਫਰੰਟ। ਜਦੋਂ ਇੱਕ ਪੁਆਇੰਟ 'ਤੇ ਲਾਈਟ ਇਕੱਠੀ ਹੋਏਗੀ, ਇੱਕ ਪੁਆਇੰਟ 'ਤੇ, ਦੈਟ ਇਜ਼ ਸਫੈਰੀਕਲੀ ਕਨਵਰਜਿੰਗ ਵੇਵ ਫਰੰਟ। ਕਲੀਅਰ ਬੇਟਾ? ਤਾਂ ਵੇਵ ਫਰੰਟ ਤਾਂ ਸਿਰਫ ਆਹੀ ਦੋ ਤਰ੍ਹਾਂ ਦੇ ਹੁੰਦੇ ਨੇ, ਜਾਂ ਸਫੈਰੀਕਲ ਵੇਵ ਫਰੰਟ ਜਾਂ ਸਿਲੰਡਰੀਕਲ ਵੇਵ ਫਰੰਟ। ਜੇ ਸੋਰਸ ਪੁਆਇੰਟ ਸੋਰਸ ਹੈ ਫਿਰ ਵੇਵ ਫਰੰਟਸ ਨੂੰ ਅਸੀਂ ਬੋਲ ਦਿੰਦੇ ਹਾਂ ਸਫੈਰੀਕਲ। ਜੇ ਸੋਰਸ ਲਾਈਨ ਸੋਰਸ ਹੈ ਫਿਰ ਵੇਵ ਫਰੰਟ ਨੂੰ ਕੀ ਬੋਲਾਂਗੇ? ਸਿਲੰਡਰੀਕਲ, ਹੈ ਨਾ। ਜਦੋਂ ਸਫੈਰੀਕਲ ਜਾਂ ਸਿਲੰਡਰੀਕਲ ਵੇਵ ਫਰੰਟ ਬਹੁਤ ਵੱਡੇ ਹੋਣ ਫਿਰ ਉਹਨਾਂ ਦੇ ਛੋਟੇ ਜਿਹੇ ਪੋਰਸ਼ਨ ਨੂੰ ਅਸੀਂ ਕੀ ਬੋਲ ਦਿੰਦੇ ਹਾਂ? ਪਲੇਨ ਵੇਵ ਫਰੰਟ। ਇੱਕ ਵੇਵ ਫਰੰਟ ਤੋਂ ਲੈ ਕੇ ਦੂਸਰੇ ਵੇਵ ਫਰੰਟ ਤੱਕ ਜਾਣ ਦਾ ਸਾਰੀਆਂ ਰੇਡੀਏਸ਼ਨਸ ਦਾ ਟਾਈਮ ਕੀ ਰਹੇਗਾ ਬੇਟਾ? ਕੌਨਸਟੈਂਟ। ਐਂਡ ਕਿਸੇ ਵੀ ਵੇਵ ਫਰੰਟ ਦੇ ਉੱਪਰ ਜੇ ਲਾਈਟ ਰੇਡੀਏਸ਼ਨ ਸਟਰਾਈਕ ਕਰਦੀ ਹੈ ਕਿੰਨੇ ਐਂਗਲ 'ਤੇ ਸਟਰਾਈਕ ਕਰੇਗੀ? 90 ਡਿਗਰੀ 'ਤੇ। ਉਸ ਤੋਂ ਨਿਕਲੇਗੀ ਵੀ ਕਿੰਨੇ ਐਂਗਲ 'ਤੇ? 90 ਡਿਗਰੀ 'ਤੇ, ਹੈ ਨਾ। ਜੇ ਲਾਈਟ ਇੱਕ ਪੁਆਇੰਟ ਤੋਂ ਅਵੇ ਫੈਲੇ, ਡਾਈਵਰਜ ਹੋਵੇ ਤਾਂ ਇਟ ਇਜ਼ ਨੋਨ ਐਜ਼ ਸਫੈਰੀਕਲੀ ਡਾਈਵਰਜਿੰਗ ਵੇਵ ਫਰੰਟਸ ਬਣਾਏਗੀ ਬੇਟਾ ਉਹ। ਜੇ ਲਾਈਟ ਇੱਕ ਪੁਆਇੰਟ 'ਤੇ ਇਕੱਠੀ ਹੋਵੇ ਫਿਰ ਉਹ ਸਫੈਰੀਕਲੀ ਕਨਵਰਜਿੰਗ ਵੇਵ ਫਰੰਟ ਬਣਾਏਗੀ ਉਹ। ਕਲੀਅਰ? ਐਂਡ ਵੇਵ ਫਰੰਟ ਦੀ ਡੈਫੀਨੇਸ਼ਨ ਆ ਸੀਗੀ ਬੇਟਾ, ਵੇਵ ਫਰੰਟ ਦੀ ਡੈਫੀਨੇਸ਼ਨ, ਲੋਕਸ ਆਫ all those particles which are vibrating in same phase is known as wave front। ਉਹ ਸਾਰੇ ਪਾਰਟੀਕਲਸ ਦੀ ਲੋਕੇਸ਼ਨ ਜਿਹੜੇ ਇੱਕੋ ਫੇਸ 'ਚ ਵਾਈਬਰੇਟ ਕਰਨ ਉਹਨੂੰ ਵੇਵ ਫਰੰਟ ਕਹਿੰਦੇ ਨੇ। ਐਂਡ ਇਹ ਬੇਟਾ ਕਿਹੜੇ ਪਾਰਟੀਕਲਸ ਹੋਣਗੇ? ਜਿਹੜੇ ਸੋਰਸ ਤੋਂ ਇਕੁਅਲ ਡਿਸਟੈਂਸ 'ਤੇ ਹੋਣਗੇ, ਵਿਚ ਆਰ ਐਟ ਇਕੁਅਲ ਡਿਸਟੈਂਸ ਫਰੋਮ ਸੋਰਸ, ਉਹ ਵਾਲੇ ਪਾਰਟੀਕਲਸ ਹੋਣਗੇ ਬੇਟਾ, ਹੈ ਨਾ। ਸਮਝ ਆ ਗਿਆ ਵੇਵ ਫਰੰਟਸ ਕੀ ਹੁੰਦਾ? ਕਲੀਅਰ? ਓਕੇ, ਇਹ ਤਾਂ ਸਾਰਾ ਕੁਝ ਸੀਗਾ ਬੇਟਾ ਵੇਵ ਫਰੰਟਸ ਬਾਰੇ। ਠੀਕ ਹੈ। ਨਾਓ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਹਾਈਜ਼ਨਸ ਪ੍ਰਿੰਸੀਪਲ। ਹਾਈਜ਼ਨਸ ਪ੍ਰਿੰਸੀਪਲ ਡਿਸਕਸ ਕਰਦੇ ਹਾਂ ਆਪਾਂ। ਓਕੇ, ਧਿਆਨ ਨਾਲ ਸਮਝਿਓ ਬੇਟਾ। ਹਾਈਜ਼ਨਸ
principle. Huygens principle, this principle tells us, how light travels in medium. ਇਹ ਪ੍ਰਿੰਸੀਪਲ ਆਪਾਂ ਨੂੰ ਇਹ ਦੱਸੇਗਾ ਵੀ ਜਿਹੜੀ ਲਾਈਟ ਹੈ ਉਹ ਮੀਡੀਅਮ 'ਚ ਕਿਵੇਂ ਟਰੈਵਲ ਕਰਦੀ ਹੈ। ਜਿਵੇਂ ਆਪਾਂ ਤਾਂ ਕਹਿੰਦੇ ਨਾ ਵੀ ਲਾਈਟ ਜਿਹੜੀ ਹੈਗੀ ਉਹ ਵੇਵ ਦੀ ਫਾਰਮ 'ਚ ਚੱਲਦੀ ਹੈ। ਕਈ ਸਟੂਡੈਂਟਸ ਦਾ ਮੰਨਣਾ ਹੈ ਵੀ ਲਾਈਟ ਟਰੈਵਲਸ ਇਨ ਦਾ ਫਾਰਮ ਆਫ ਵੇਵ ਬਾਈ ਮੇਕਿੰਗ crest ਐਂਡ ਟਰਫ ਲਾਈਕ ਦਿਸ। ਅਪਰ ਪੋਰਸ਼ਨ ਜਿਹੜਾ ਹੁੰਦਾ ਦੈਟ ਇਜ਼ ਨੋਨ ਐਜ਼ crest ਐਂਡ ਲੋਅਰ ਪੋਰਸ਼ਨ ਨੂੰ ਅਸੀਂ ਕੀ ਬੋਲਦੇ ਹੁੰਦੇ ਬੇਟਾ, ਟਰਫ। ਅਪਰ ਪੋਰਸ਼ਨ ਨੂੰ ਅਸੀਂ ਬੋਲਦੇ ਹੁੰਦੇ crest ਐਂਡ ਲੋਅਰ ਪੋਰਸ਼ਨ ਨੂੰ ਅਸੀਂ ਕੀ ਬੋਲਦੇ ਹੁੰਦੇ ਟਰਫ, ਹੈ ਨਾ। ਤਾਂ ਕਈ ਸਟੂਡੈਂਟਸ ਇਹ ਮੰਨਦੇ ਨੇ ਵੀ ਜਿਹੜੀ ਲਾਈਟ ਹੈ ਉਹ crest ਐਂਡ ਟਰਫ ਦੀ ਫਾਰਮ 'ਚ ਚੱਲਦੀ ਹੈ। ਇਟ ਟਰੈਵਲ ਇਨ ਦਾ ਫਾਰਮ ਆਫ crest ਐਂਡ ਟਰਫ, ਬਟ ਸਹੀ ਮਾਇਨੇ 'ਚ ਹਾਈਜ਼ਨਸ ਪ੍ਰਿੰਸੀਪਲ ਦੱਸਦਾ ਵੀ ਲਾਈਟ ਕਿਵੇਂ ਚੱਲਦੀ ਹੈ। ਓਕੇ, ਹਾਈਜ਼ਨਸ ਪ੍ਰਿੰਸੀਪਲਸ ਦੇ ਅਕੋਰਡਿੰਗ ਕਹਿੰਦੇ ਕੋਈ ਵੀ ਸੋਰਸ ਹੈ, ਕੋਈ ਵੀ ਸੋਰਸ ਉਹ ਲਾਈਟ ਰੇਡੀਏਸ਼ਨਸ ਅਮਿਟ ਕਰੇਗਾ ਇਨ ਆਲ ਡਾਇਰੈਕਸ਼ਨ। ਇਹ ਤਾਂ ਸਾਨੂੰ ਪਤਾ ਹੀ ਹੈ ਨਾ। ਕਹਿੰਦਾ ਇੱਕ ਵੇਵ ਫਰੰਟ ਦੇ ਉੱਪਰ, ਜਿਵੇਂ ਆ ਇੱਕੋ ਹੀ ਵੇਵ ਫਰੰਟ ਹੈ, ਐਕਟ ਐਜ਼ ਅ ਪ੍ਰਾਇਮਰੀ ਵੇਵ ਫਰੰਟ, ਪ੍ਰਾਇਮਰੀ, ਵੇਟ ਅ ਮਿਨਟ, ਲਾਈਕ ਦਿਸ। ਕੋਈ ਵੀ ਵੇਵ ਫਰੰਟ ਹੈ, ਐਕਟ ਐਜ਼ ਅ ਪ੍ਰਾਇਮਰੀ ਵੇਵ ਫਰੰਟ। ਇਸ ਦੇ ਉੱਪਰ ਜਿੰਨੇ ਵੀ ਪਾਰਟੀਕਲਸ ਹੋਣਗੇ, ਆ ਜਿਹੜਾ ਵੇਵ ਫਰੰਟ ਬਣ ਗਿਆ, ਇਸ ਦੇ ਉੱਪਰ ਆ ਜਿੰਨੇ ਵੀ ਪਾਰਟੀਕਲਸ ਨੇ, ਇਹ ਪਾਰਟੀਕਲ ਸੋਰਸ ਤੋਂ એનર્ਜੀ ਲੈਣਗੇ। ਸਾਰੇ ਪਾਰਟੀਕਲ ਸੋਰਸ ਤੋਂ એનર્ਜੀ ਲੈਣਗੇ ਐਂਡ ਆਪਣੇ ਆਪ ਨੂੰ ਫਰੈਸ਼ ਸੋਰਸ ਸਮਝਣਾ ਸਟਾਰਟ ਕਰਕੇ ਆਪਣੀਆਂ ਖੁਦ ਦੀਆਂ ਰੇਡੀਏਸ਼ਨਸ ਐਮਿਟ ਕਰਨੀਆਂ ਸਟਾਰਟ ਕਰ ਦਿੰਦੇ। ਠੀਕ ਹੈ। all particles which lies on the same wave front, ਇੱਕੋ ਵੇਵ ਫਰੰਟ ਦੇ ਉੱਪਰ ਜਿਹੜੇ ਪਾਰਟੀਕਲਸ ਲਾਈ ਕਰਦੇ ਨੇ, ਸੋਰਸ ਤੋਂ એનર્ਜੀ ਲੈਂਦੇ ਨੇ, takes energy from the source and behave like fresh source। ਆਪਣੇ ਆਪ ਨੂੰ ਕੀ ਸਮਝਦੇ ਨੇ, ਫਰੈਸ਼ ਸੋਰਸ ਸਮਝਣਾ ਸਟਾਰਟ ਕਰ ਦਿੰਦੇ ਨੇ ਬੇਟਾ। ਫਰੈਸ਼ ਸੋਰਸ ਸਮਝ ਕੇ ਆਪਣੀਆਂ ਖੁਦ ਦੀਆਂ ਰੇਡੀਏਸ਼ਨਸ ਐਮਿਟ ਕਰਨੀਆਂ ਸਟਾਰਟ ਕਰ ਦਿੰਦੇ ਨੇ। ਜਿਹੜੀਆਂ ਰੇਡੀਏਸ਼ਨਸ ਇਹ ਐਮਿਟ ਕਰਦੇ ਨੇ, ਆਹ ਵਾਲੀ, ਇਹਨਾਂ ਰੇਡੀਏਸ਼ਨਸ ਨੂੰ ਬੋਲਿਆ ਜਾਂਦਾ ਹੈ ਸੈਕੰਡਰੀ ਵੇਵਲੈਟਸ, ਸੈਕੰਡਰੀ ਵੇਵਲੈਟਸ। ਠੀਕ ਹੈ। ਇਹਨਾਂ ਵੇਵਲੈਟਸ ਨੂੰ, ਆ ਜਿਹੜੀ ਵੇਵਲੈਟਸ ਬਣ ਗਈਆਂ ਹੈ ਨਾ, ਆਹ ਵਾਲੀਆਂ, ਹੈ ਨਾ, ਇਹਨਾਂ ਵੇਵਲੈਟਸ ਨੂੰ ਟੈਂਜੈਂਟ ਦੇ ਅਲੋਂਗ ਫੋਰਵਰਡ ਡਾਇਰੈਕਸ਼ਨ 'ਚ ਇੱਕ ਸਰਫੇਸ ਟੱਚ ਕਰਦੇ, ਅਲੋਂਗ ਦਾ ਟੈਂਜੈਂਟ, ਟੈਂਜੈਂਟ ਦੇ ਅਲੋਂਗ ਫੋਰਵਰਡ ਡਾਇਰੈਕਸ਼ਨ 'ਚ ਅੱਗੇ ਨੂੰ ਜਿਹੜਾ ਸਰਫੇਸ ਟੱਚ ਕਰੇਗਾ, ਟੱਚ, ਦੈਟ ਇਜ਼ ਨੋਨ ਐਜ਼ ਸੈਕੰਡਰੀ ਵੇਵ ਫਰੰਟ। ਇਸ ਨੂੰ ਬੋਲਿਆ ਜਾਂਦਾ ਹੈ ਸੈਕੰਡਰੀ ਵੇਵ ਫਰੰਟ। ਮੈਂ ਸਾਰਾ ਰਿਪੀਟ ਕਰਦਾ, ਵੇਟ ਅ ਮਿਨਟ। ਜਿਵੇਂ ਮੈਂ ਤੁਹਾਨੂੰ ਇਹ ਦੱਸਿਆ ਵੀ ਜਿਹੜਾ ਫਸਟ ਵੇਵ ਫਰੰਟ ਸੀ, ਜਿਸ ਨੂੰ ਅਸੀਂ ਕੀ ਬੋਲਦੇ ਸੀ, ਪ੍ਰਾਇਮਰੀ ਵੇਵ ਫਰੰਟ। ਪ੍ਰਾਇਮਰੀ ਵੇਵ ਫਰੰਟ ਦੇ ਉੱਪਰ ਜਿੰਨੇ ਵੀ ਪਾਰਟੀਕਲ ਸੀਗੇ, ਸਾਰੇ ਪਾਰਟੀਕਲਸ ਸੋਰਸ ਤੋਂ ਕੀ ਲੈਂਦੇ ਨੇ ਬੇਟਾ, એનર્ਜੀ। એનર્ਜੀ ਲੈ ਕੇ ਆਪਣੇ ਆਪ ਨੂੰ ਖੁਦ ਨੂੰ ਕੀ ਸਮਝਣਾ ਸ਼ੁਰੂ ਕਰ ਦਿੰਦੇ ਨੇ, ਫਰੈਸ਼ ਸੋਰਸ। ਦੇ ਸਟਾਰਟ ਬਿਹੇਵ ਲਾਈਕ ਅ ਫਰੈਸ਼ ਸੋਰਸ ਐਂਡ ਆਪਣੀਆਂ ਖੁਦ ਦੀਆਂ ਰੇਡੀਏਸ਼ਨਸ ਐਮਿਟ ਕਰ ਦਿੰਦੇ। ਇਹਨਾਂ ਦੀਆਂ ਰੇਡੀਏਸ਼ਨਸ ਨੂੰ, ਜਿਹੜੀਆਂ ਰੇਡੀਏਸ਼ਨਸ ਆਹ ਵਾਲੀਆਂ ਐਮਿਟ ਕੀਤੀਆਂ ਇਹਨਾਂ ਨੇ, ਇਹਨਾਂ ਰੇਡੀਏਸ਼ਨਸ ਨੂੰ ਅਸੀਂ ਕੀ ਬੋਲਦੇ ਹਾਂ, ਸੈਕੰਡਰੀ ਵੇਵਲੈਟਸ, ਸੈਕੰਡਰੀ ਵੇਵਲੈਟਸ। ਠੀਕ ਹੈ। ਇਹਨਾਂ ਸੈਕੰਡਰੀ ਵੇਵਲੈਟਸ ਨੂੰ ਫੋਰਵਰਡ ਡਾਇਰੈਕਸ਼ਨ 'ਚ, ਅੱਗੇ ਨੂੰ ਮਤਲਬ ਫੋਰਵਰਡ ਡਾਇਰੈਕਸ਼ਨ 'ਚ ਟੈਂਜੈਂਟ ਦੇ ਅਲੋਂਗ ਜਿਹੜਾ ਸਰਫੇਸ ਟੱਚ ਕਰੇਗਾ, that surface is known as secondary wave front। ਉਸ ਸਰਫੇਸ ਨੂੰ ਅਸੀਂ ਕੀ ਬੋਲਦੇ ਹਾਂ, ਸੈਕੰਡਰੀ ਵੇਵ ਫਰੰਟ। ਦਿਸ ਸੈਕੰਡਰੀ ਵੇਵ ਫਰੰਟ ਬਿਹੇਵਸ ਲਾਈਕ ਪ੍ਰਾਇਮਰੀ ਵੇਵ ਫਰੰਟ। ਹੁਣ ਜਿਹੜਾ ਸੈਕੰਡਰੀ ਵੇਵ ਫਰੰਟ ਬਣ ਗਿਆ ਨਾ ਬੇਟਾ, ਇਹ ਪ੍ਰਾਇਮਰੀ ਵੇਵ ਫਰੰਟ ਦੀ ਤਰ੍ਹਾਂ ਬਿਹੇਵ ਕਰੇਗਾ। ਇਟ ਬਿਹੇਵਸ ਲਾਈਕ ਪ੍ਰਾਇਮਰੀ ਵੇਵ ਫਰੰਟ। ਇਹ ਆਪਣੀਆਂ ਖੁਦ ਦੀਆਂ ਰੇਡੀਏਸ਼ਨਸ ਐਮਿਟ ਕਰੇਗਾ, ਆਪਣੀਆਂ ਖੁਦ ਦੀਆਂ ਰੇਡੀਏਸ਼ਨਸ ਐਮਿਟ ਕਰੇਗਾ, ਹੈ ਨਾ।
ਆਪਣੀਆਂ ਖੁਦ ਦੀਆਂ ਰੇਡੀਏਸ਼ਨਸ ਇਮਿਟ ਕਰੇਗਾ। ਅਗੇਨ ਇਹਨਾਂ ਰੇਡੀਏਸ਼ਨਸ ਨੂੰ ਅਸੀਂ ਕੀ ਬੋਲਾਂਗੇ ਬੇਟਾ, ਸੈਕੰਡਰੀ ਵੇਵਲੈਟਸ। ਐਂਡ ਇਹ ਜਿਹੜੀਆਂ ਸੈਕੰਡਰੀ ਵੇਵਲੈਟਸ ਬਣ ਗਈਆਂ, ਇਹਨਾਂ ਨੂੰ ਟੈਂਜੈਂਟ ਦੇ ਅਲੋਂਗ ਜਿਹੜਾ ਸਰਫੇਸ ਟੱਚ ਕਰੇਗਾ, ਟੈਂਜੈਂਟ ਦੇ ਅਲੋਂਗ ਜਿਹੜਾ ਸਰਫੇਸ ਟੱਚ ਕਰੇਗਾ ਇਨ ਫੋਰਵਰਡ ਡਾਇਰੈਕਸ਼ਨ, that surface is known as secondary wavefront। secondary wavefront ਮਤਲਬ ਐਵੇਂ ਕਹਿ ਸਕਦੇ ਹੋ ਵੀ ਹਰ secondary wavefront behaves like a primary wavefront and forms a new secondary wavefront। ਠੀਕ ਹੈ, ਪਹਿਲਾਂ ਕਿਹੜਾ wavefront ਬਣਿਆ ਸੀ ਬੇਟਾ, primary wavefront ਤੋਂ ਕਿਹੜਾ wavefront ਬਣਿਆ, secondary। then that secondary wavefront behaves like a primary and creates a new secondary, that secondary wavefront behaves like a primary and creates a new secondary, that secondary wavefront behaves like a primary and creates a new secondary। ਐਵੇਂ ਮਤਲਬ ਇੱਕ ਵੇਵਫਰੰਟ ਤੋਂ ਦੂਸਰਾ ਵੇਵਫਰੰਟ ਬਣਿਆ, ਦੂਸਰੇ ਵੇਵਫਰੰਟ ਤੋਂ ਤੀਸਰਾ ਬਣੇਗਾ, ਤੀਸਰੇ ਤੋਂ ਚੌਥਾ ਬਣੇਗਾ, ਚੌਥੇ ਤੋਂ ਪੰਜਵਾਂ ਬਣੇਗਾ। ਐਵੇਂ ਜਿਹੜੀ ਲਾਈਟ ਹੈ ਪੂਰੇ ਮੀਡੀਅਮ 'ਚ ਫੈਲ ਜਾਏਗੀ ਬੇਟਾ, ਪੂਰੇ ਮੀਡੀਅਮ 'ਚ ਲਾਈਟ ਫੈਲ ਜਾਏਗੀ। ਦਿਸ ਇਜ਼ ਅਬਾਊਟ ਹਾਈਜ਼ਨਸ ਪ੍ਰਿੰਸੀਪਲ। ਠੀਕ ਹੈ, ਸਮਝ ਆ ਗਈ। ਮੈਂ ਰਿਪੀਟ ਕਰਦਾ, ਹਾਈਜ਼ਨਸ ਪ੍ਰਿੰਸੀਪਲ ਕੀ ਹੈ ਬੇਟਾ, ਇੱਕ ਵੇਵਫਰੰਟ ਦੇ ਉੱਪਰ ਜਿੰਨੇ ਵੀ ਪਾਰਟੀਕਲਸ ਹੋਣਗੇ ਬੇਟਾ ਉਹ ਸੋਰਸ ਤੋਂ એનર્ਜੀ ਲੈਣਗੇ। ਦੇ ਟੇਕਸ એનર્ਜੀ ਫਰੋਮ ਦਾ ਸੋਰਸ ਐਂਡ ਬਿਹੇਵਸ ਲਾਈਕ ਅ ਫਰੈਸ਼ ਸੋਰਸ, ਹੈ ਨਾ। ਇਹ ਸਾਰੇ ਪਾਰਟੀਕਲਸ ਜਿਹੜੇ ਪ੍ਰਾਇਮਰੀ ਵੇਵਫਰੰਟ ਦੇ ਉੱਪਰ ਨੇ, ਆਲ ਦਾ ਪਾਰਟੀਕਲਸ ਵਿਚ ਆਰ ਔਨ ਪ੍ਰਾਇਮਰੀ ਵੇਵਫਰੰਟ ਬਿਹੇਵਸ ਲਾਈਕ ਅ ਫਰੈਸ਼ ਸੋਰਸ, and emits its own radiations, ਆਪਣੀਆਂ ਖੁਦ ਦੀਆਂ radiations emit ਕਰਨਗੇ, emits its own radiations। ਇਹਨਾਂ ਦੀਆਂ ਜਿਹੜੀਆਂ radiations emit ਹੋਣਗੀਆਂ ਉਹਨਾਂ radiations ਨੂੰ ਅਸੀਂ ਕੀ ਬੋਲਦੇ ਹਾਂ, secondary wavelets। ਉਹਨਾਂ secondary wavelets ਨੂੰ forward direction 'ਚ ਜੋ surface touch ਕਰੇਗਾ, forward direction 'ਚ ਜੋ surface touch ਕਰੇਗਾ tangent ਦੇ along, that surface is known as secondary wavefront। ਤਾਂ ਬੇਟਾ ਪ੍ਰਾਇਮਰੀ ਵੇਵਫਰੰਟ ਤੋਂ secondary wavefront ਬਣ ਗਿਆ। then this secondary wavefront behaves like a primary wavefront। ਇਸ ਦੇ ਉੱਪਰ ਵੀ ਜਿੰਨੇ ਪਾਰਟੀਕਲਸ ਹੈ ਸਾਰੇ ਆਪਣੇ ਆਪ ਨੂੰ ਕੀ ਸਮਝਣਗੇ, ਫਰੈਸ਼ ਸੋਰਸ, ਐਂਡ ਆਪਣੀਆਂ ਖੁਦ ਦੀਆਂ ਰੇਡੀਏਸ਼ਨਸ ਇਮਿਟ ਕਰਨਗੇ। ਇਹਨਾਂ ਦੀਆਂ ਰੇਡੀਏਸ਼ਨਸ ਨੂੰ ਅਗੇਨ ਅਸੀਂ ਕੀ ਬੋਲਾਂਗੇ, secondary wavelets। ਇਹਨਾਂ secondary wavelets ਨੂੰ ਫੋਰਵਰਡ ਡਾਇਰੈਕਸ਼ਨ 'ਚ ਟੈਂਜੈਂਟ ਦੇ ਅਲੋਂਗ ਜੋ ਸਰਫੇਸ ਟੱਚ ਕਰੇਗਾ that is known as secondary wavefront। ਮਤਲਬ ਜਿਹੜਾ ਇਹ ਜਿਹੜਾ secondary wavefront ਸੀ, it behaves like a primary wavefront and creates a new secondary wavefront। this secondary wavefront behaves like a primary wavefront and creates a new secondary wavefront। ਐਵੇਂ ਇੱਕ ਵੇਵਫਰੰਟ ਤੋਂ ਦੂਸਰਾ ਵੇਵਫਰੰਟ ਬਣਦਾ, ਦੂਸਰੇ ਵੇਵਫਰੰਟ ਤੋਂ ਤੀਸਰਾ ਵੇਵਫਰੰਟ ਬਣਦਾ, ਤੀਸਰੇ ਵੇਵਫਰੰਟ ਤੋਂ ਚੌਥਾ ਵੇਵਫਰੰਟ ਬਣਦਾ। ਐਵੇਂ ਜਿਹੜੀ ਲਾਈਟ ਹੈ ਪੂਰੇ ਮੀਡੀਅਮ 'ਚ ਫੈਲ ਜਾਂਦੀ ਹੈ। ਮਤਲਬ ਲਾਈਟ travels in medium, light travels in medium by making primary wavefronts and secondary wavefronts। ਵੀ ਜਿਹੜੀ ਲਾਈਟ ਹੈ ਉਹ ਮੀਡੀਅਮ 'ਚ ਟਰੈਵਲ ਕਰਦੀ ਹੈ ਬਾਈ ਮੇਕਿੰਗ ਪ੍ਰਾਇਮਰੀ ਵੇਵਫਰੰਟਸ ਐਂਡ ਸੈਕੰਡਰੀ ਵੇਵਫਰੰਟਸ, ਹੈ ਨਾ। ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਲਾਈਟ ਮੀਡੀਅਮ 'ਚ ਟਰੈਵਲ ਕਰਦੀ ਹੈ ਬਾਈ ਮੇਕਿੰਗ ਕ੍ਰੈਸਟ ਐਂਡ ਟਰਫ, ਹੈ ਨਾ। ਤਾਂ ਈਚ ਕ੍ਰੈਸਟ ਨੂੰ ਤੁਸੀਂ ਪ੍ਰਾਇਮਰੀ ਵੇਵਫਰੰਟ ਕਹਿ ਸਕਦੇ ਹੋ ਐਂਡ ਈਚ ਟਰਫ ਨੂੰ ਤੁਸੀਂ ਸੈਕੰਡਰੀ ਵੇਵਫਰੰਟ ਕਹਿ ਸਕਦੇ ਹੋ। ਠੀਕ ਹੈ, ਵੀ ਜਿਹੜੀ ਲਾਈਟ ਹੈ ਨਾ, ਲਾਈਟ ਮੀਡੀਅਮ 'ਚ ਟਰੈਵਲ ਕਰਦੀ ਹੈ ਨੋਟ ਬਾਈ ਮੇਕਿੰਗ ਕ੍ਰੈਸਟ ਐਂਡ ਟਰਫ। ਲਾਈਟ ਮੀਡੀਅਮ 'ਚ ਕ੍ਰੈਸਟ ਐਂਡ ਟਰਫ ਦੀ ਫੋਰਮ 'ਚ ਨਹੀਂ ਟਰੈਵਲ ਕਰਦੀ। ਕਿਸ ਫੋਰਮ 'ਚ ਟਰੈਵਲ ਕਰਦੀ ਹੈ, ਪ੍ਰਾਇਮਰੀ ਐਂਡ ਸੈਕੰਡਰੀ ਵੇਵਫਰੰਟ ਦੀ ਫੋਰਮ 'ਚ ਟਰੈਵਲ ਕਰਦੀ ਹੈ। ਹਾਂ, ਤੁਸੀਂ ਪ੍ਰਾਇਮਰੀ ਵੇਵਫਰੰਟ ਨੂੰ ਕ੍ਰੈਸਟ ਸਮਝ ਲਓ, ਸੈਕੰਡਰੀ ਵੇਵਫਰੰਟ ਨੂੰ ਕੀ ਸਮਝ ਲਓ, ਟਰਫ। ਹਰ ਪ੍ਰਾਇਮਰੀ ਵੇਵਫਰੰਟ ਤੋਂ ਸੈਕੰਡਰੀ ਵੇਵਫਰੰਟ ਬਣੇਗਾ, ਹਰ ਸੈਕੰਡਰੀ ਵੇਵਫਰੰਟ ਤੋਂ ਪ੍ਰਾਇਮਰੀ ਬਣੇਗਾ, ਹਰ ਪ੍ਰਾਇਮਰੀ ਵੇਵਫਰੰਟ ਤੋਂ ਸੈਕੰਡਰੀ ਬਣੇਗਾ। ਜਿਵੇਂ ਕ੍ਰੈਸਟ ਤੋਂ ਟਰਫ ਬਣਦੀ ਹੈ, ਟਰਫ ਤੋਂ ਕ੍ਰੈਸਟ ਬਣਦੀ ਹੈ, ਕ੍ਰੈਸਟ ਤੋਂ ਟਰਫ ਬਣਦੀ ਹੈ, ਉਵੇਂ ਪ੍ਰਾਇਮਰੀ ਐਂਡ ਸੈਕੰਡਰੀ, ਪ੍ਰਾਇਮਰੀ ਸੈਕੰਡਰੀ, ਪ੍ਰਾਇਮਰੀ ਸੈਕੰਡਰੀ, ਐਵੇਂ ਵੇਵਫਰੰਟਸ ਬਣਨਗੇ। ਲਾਈਟ ਵੇਵਸ ਦੀ ਫੋਰਮ 'ਚ ਟਰੈਵਲ ਕਰੇਗੀ, ਵੇਵ ਦੀ ਫੋਰਮ 'ਚ ਟਰੈਵਲ ਕਰੇਗੀ, not by making crest and trough, by making primary and secondary wavefronts। Understand beta? So this is Huygens principle। बाकी notes चो पढ़ो, बहुत ज़्यादा clear किया गया है उस च, ठीक है। Okay, so this is all about wavefronts and Huygens principle, ठीक है। Hopeful you are understand very well। Thank you very much।